अति सत्कारयोग गुरु की नगरी श्री अमृतसर साहिब, जिथे सुहृद लोग वसदे होण ते उत्थे अजिहे नामी ते पौश इलाके विच शरेआम भद्दी शब्दावली लिखी जानी ते सरकारां ते कारपोरेशन वर्गियां विकास दा जिम्मा चुकण वालियां एजेंसियां वल्लों अजिहे शर्मिंदगी भरे कार्य नूं अणगौलियां करना ਇਹ ਸਾਬਤ ਕਰਦਾ ਹੈ ਕਿ ਇਹਨਾਂ ਦਾ ਧਿਆਨ ਵਿਕਾਸ ਕਾਰਜਾਂ ਵਿੱਚ ਨਾ ਹੋ ਕੇ ਬੇਲੋੜੇ ਮੁੱਦੇ ਉਛਾਲਣ ਵੱਲ ਜ਼ਿਆਦਾ ਹੈ। ਪਰ ਉੱਥੇ ਹੀ ਸਮੇਂ ਦੀ ਲੋੜ ਮੁਤਾਬਕ ਹਰ ਜ਼ਰੂਰੀ ਮੁੱਦੇ ਨੂੰ ਵਿਚਾਰ ਅਧੀਨ ਲਿਆਉਣ ਵਾਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਸਨੀਕ ਇੰਜੀਨੀਅਰ ਪਵਨਦੀਪ ਸ਼ਰਮਾ ਨੇ ਇਸ ਭੱਦੀ ਸ਼ਬਦਾਵਲੀ ਨੂੰ ਆਖਿਰਕਾਰ ਆਪ ਹੀ ਸਾਫ਼ ਕਰਕੇ ਸਿਸਟਮ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਆਓ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਇਸ ਪੌਸ਼ ਇਲਾਕੇ ਵਿੱਚ। नाजरीन, अज मैं अमृतसर दे एक पौश एरिया ग्रीन एवेन्यू दे एक बहुत ही इंपॉर्टेंट पार्क जिहड़ा कि साडे अमृतसर दे पूर्व MP लेट डॉक्टर बलदेव प्रकाश जी दी याद दे विच एक चिल्ड्रन पार्क बनाया गया सी और ਇਹਦੇ फाउंडेशन स्टोन ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭੱਦੀ ਸ਼ਬਦਾਵਲੀ ਐਕਸਪਲਿਸਿਟ ਲੈਂਗੁਏਜ ਗ੍ਰਾਫਿਟੀ ਦੇ ਰੂਪ ਦੇ ਵਿੱਚ ਲਿਖੀ ਗਈ ਹੈ। ਔਰ ਇਹ ਜਿਹੜੀ ਭੱਦੀ ਸ਼ਬਦਾਵਲੀ ਲਗਭਗ 6 ਮਹੀਨੇ ਪਹਿਲਾਂ ਤੋਂ ਹੀ ਲਿਖੀ ਗਈ ਸੀ ਔਰ ਮੈਂ ਇਹ ਮਾਮਲਾ ਜਿਹੜਾ ਲਾਗੇ ਖੜੇ ਲੋਕਲ ਰੈਜ਼ੀਡੈਂਟਸ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਔਰ ਉਹਨਾਂ ਨੇ ਉਦੋਂ ਗੱਲ ਕੀਤੀ ਸੀ ਕਿ ਇਹਨੂੰ ਸਾਫ਼ ਕਰਾ ਦਿੱਤਾ ਜਾਊਗਾ। ਪਰ ਤੁਸੀਂ ਦੇਖੋ ਕਿ ਜੇ ਹੁਣ ਮੇਰੇ ਧਿਆਨ ਦੇ ਵਿੱਚ ਨਜ਼ਰ ਦੇ ਨਜ਼ਦੀਕ ਇਹ ਗੱਲ ਆਈ, ਮੈਂ ਇਥੋਂ ਗੁਜ਼ਰਿਆ ਤੇ ਅੱਜ ਵੀ ਉਹ ਸ਼ਬਦ ਉੱਥੇ ਲਿਖਿਆ ਸੀ। ਔਰ ਕਿੰਨੀ ਮਾੜੀ ਗੱਲ ਹੈ ਕਿ ਇੱਕ ਅਜਿਹਾ ਪਾਰਕ ਜਿਹਦੀ ਬਹੁਤ ਵੱਡੀ ਵੈਲਫੇਅਰ ਐਸੋਸੀਏਸ਼ਨ ਵੀ ਬਣੀ ਹੋਵੇ ਔਰ ਬੜੇ ਸਹਿਬੇ ਹਸੀਅਤ ਲੋਕ ਵੀ ਜਿਹੜੇ ਇਸ ਪੌਸ਼ ਏਰੀਆ ਦੇ ਵਿੱਚ ਰਹਿੰਦੇ ਹੋਣ, ਆਫਿਸਰਸ ਦੇ ਰੂਪ ਦੇ ਵਿੱਚ, ਪੋਲਿਟਿਕਸ ਦੇ ਰੂਪ ਦੇ ਵਿੱਚ, ਡਿਪਟੀ ਕਮਿਸ਼ਨਰ ਦਾ ਘਰ ਵੀ ਕੋਲੇ ਹੋਵੇ ਔਰ ਬਹੁਤ ਸਾਰੇ ਜਿਹੜੇ ਇਦਾਂ ਦੇ ਲੀਡਰ ਕਿ ਜਿਨ੍ਹਾਂ ਦੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਹੀ ਇਹਨਾਂ ਪੂਰਵ MP ਦੀ ਯਾਦ ਦੇ ਵਿੱਚ ਬੁੱਤ ਲਾਏ ਹੋਣ, ਪਰ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਇਹਨਾਂ ਦੇ ਫਾਊਂਡੇਸ਼ਨ ਸਟੋਨ ਦੇ ਉੱਤੇ ਇਦਾਂ ਦੀ ਭੱਦੀ ਸ਼ਬਦਾਵਲੀ ਲਿਖੀ ਹੋਵੇ ਔਰ ਇਹਦੇ ਵਿੱਚ ਨਾ ਤੇ ਕਿਸੇ ਆਫੈਂਡਰ ਨੂੰ ਫੜਿਆ ਗਿਆ ਹੋਵੇ, ਨਾ ਕਿਸੇ ਦੇ ਉੱਤੇ ਕੋਈ ਆਫੈਂਸ ਲਾਇਆ ਹੋਵੇ, ਨਾ ਇਸ ਮਾੜੀ ਔਰ ਗੰਦੀ ਸ਼ਬਦਾਵਲੀ ਨੂੰ ਇੱਥੋਂ ਹਟਾਇਆ ਗਿਆ ਹੋਵੇ। ਔਰ ਮੇਰਾ ਇਸ ਮੁੱਦੇ ਨੂੰ ਚਾਲਣ ਦਾ ਮਕਸਦ ਸਿਰਫ ਇਹ ਹੀ ਸੀਗਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਹੋਰ ਇੰਪੋਰਟੈਂਟ ਥਾਵਾਂ ਦੇ ਉੱਤੇ ਇਦਾਂ ਦੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਜਿਹੜਾ ਦੀਵਾਰਾਂ ਦੇ ਉੱਤੇ ਯੂਥ ਕਰ ਰਿਹਾ ਹੈਗਾ ਜਾਂ ਕੋਈ ਗੈਰ ਸਮਾਜੀ ਅੰਸਰ ਕਰ ਰਿਹਾ, ਜਿਹੜੇ ਕੋਈ ਇਧਰੋਂ ਉਧਰੋਂ ਲੋਕ ਆਉਂਦੇ ਨੇ ਇਦਾਂ ਡੀਫੇਸ ਕਰਦੇ ਆ ਸਰਕਾਰੀ ਪ੍ਰਾਪਰਟੀ ਨੂੰ, ਸਰਕਾਰੀ ਸੰਪत्ति ਨੂੰ ਔਰ ਲੋਕਾਂ ਦੀ ਸੰਪत्ति ਨੂੰ। ਸੋ ਇਸ ਕਰਕੇ ਜਿਹੜਾ ਐਂਟੀ ਡੀਫੇਸਮੈਂਟ ਐਕਟ ਹੈਗਾ ਜਿਹੜਾ 1976 ਦੇ ਵਿੱਚ ਲਿਖਿਆ ਗਿਆ ਸੀ, ਉਹਦੇ ਅਧੀਨ ਇਹਨਾਂ ਇਦਾਂ ਦੇ ਗੈਰ ਸਮਾਜੀ ਅੰਸਰਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ। ਇਹਨਾਂ ਲੋਕਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਜੋ ਕਿ ਪਬਲਿਕ ਪ੍ਰਾਪਰਟੀ ਨੂੰ, ਸਰਕਾਰੀ ਸੰਪत्ति ਨੂੰ, ਲੋਕਾਂ ਦੀ ਸੰਪत्ति ਨੂੰ ਡੀਫੇਸਮੈਂਟ ਕਰਦੇ ਆ। ਔਰ ਇਹਦੇ ਵਿੱਚ ਹੋਰ ਵੀ ਐਡੀ ਇੰਪੋਰਟੈਂਟ ਗੱਲ ਨੋਟ ਕਰਨ ਵਾਲੀ ਇਹ ਹੈਗੀ ਆ ਕਿ ਇਸ ਸੜਕ ਦੇ ਵਿੱਚ ਬਹੁਤ ਵੱਡੀ ਹੈਵੀ ਟ੍ਰੈਫਿਕ ਹੁੰਦੀ ਆ ਔਰ ਇਸ ਪਾਰਕ ਦੇ ਵਿੱਚ ਲੋਕ ਆਪਣੇ ਪਰਿਵਾਰਾਂ ਦੇ ਸਮੇਤ ਆਉਂਦੇ ਆ। ਔਰ ਇਸ ਤੋਂ ਵੀ ਇੰਪੋਰਟੈਂਟ ਗੱਲ ਇਹ ਹੈਗੀ ਆ ਕਿ ਇਹ ਸ਼ਬਦਾਂ ਨੂੰ ਲੋਕਾਂ ਦੀਆਂ ਮਾਵਾਂ, ਭੈਣਾਂ, ਧੀਆਂ ਔਰ ਛੋਟੇ ਬੱਚੇ ਤੱਕ ਇਹਨੂੰ ਪੜ੍ਹਦੇ ਆ ਔਰ ਇਸ ਏਰੀਆ ਦੇ ਵਸਨੀਕਾਂ ਦੀ ਵੀ ਜੇ ਮੈਂ ਰਿਸਪੌਂਸਿਬਿਲਟੀ ਸਮਝਾਂ ਕਿ ਜੇ ਲੋਕ ਆਪਣੇ ਫੰਡਾਮੈਂਟਲ ਰਾਈਟਸ ਮੰਗਦੇ ਆ, ਅਧਿਕਾਰ ਮੰਗਦੇ ਆ, ਤੇ ਉਹ ਇਹ ਕਿਉਂ ਨਹੀਂ ਧਿਆਨ ਰੱਖਦੇ ਕਿ ਉਹਨਾਂ ਦੀਆਂ ਕੁਝ ਫੰਡਾਮੈਂਟਲ ਡਿਊਟੀਆਂ ਵੀ ਹੈਗੀਆਂ। ਔਰ ਇਸ ਕਰਕੇ ਆਪਣੀ ਫੰਡਾਮੈਂਟਲ ਡਿਊਟੀਆਂ ਇਹ ਬਣਦੀਆਂ ਕਿ ਇਹਨਾਂ ਚੀਜ਼ਾਂ ਨੂੰ ਇੱਥੋਂ ਸਾਫ਼ ਕੀਤਾ ਜਾਂਦਾ, ਮਿਟਾਇਆ ਜਾਂਦਾ। ਐਸੋਸੀਏਸ਼ਨਸ ਨੇ, ਲੋਕ ਇੱਥੇ ਗੈਦਰ ਹੁੰਦੇ ਆ ਔਰ ਫਿਰ ਤੇ ਉਹੀ ਗੱਲ ਹੁੰਦੀ ਹੈ कि जो मैं आमतौर पे कहा कि चलते हैं दबे पांव के कोई जाग ना जाए, गुलामी के असीरों की यही खास अदा है, होती नहीं जो कौम हक बात पे यकजा, उस कौम का हाकिम ही उसकी सदा है। सो इस करके फिर जे इदां दे रवैये लोकां दे भी रहणगे, लोग भी अपनी जिम्मेवारियां नहीं समझणगे, माड़ियां हरकतां तो अखां मीट लैणगे ਤੇ ਫਿਰ ਜਿਹੜੇ ਹਾਕਮ ਫਿਰ ਉਹਨਾਂ ਨੂੰ ਮਿਲਦੇ ਆ, ਜਿਹੜੀਆਂ ਸਰਕਾਰਾਂ ਉਹਨਾਂ ਨੂੰ ਮਿਲਦੀਆਂ, ਫਿਰ ਉਹਦੇ ਉੱਤੇ ਵੀ ਰੋਸ ਨਾ ਕਰਨ। ਉਦਾਂ ਦੇ ਹੀ ਹਾਕਮ ਉਹਨਾਂ ਦੀ ਸਜ਼ਾ ਆ, ਉਹ ਲੋਕ ਫਿਰ ਉਦਾਂ ਦੀਆਂ ਹੀ ਗੱਲਾਂ ਡਿਜ਼ਰਵ ਕਰਦੇ ਆ। ਸੋ ਕਾਲਡ ਪੌਸ਼ ਇਲਾਕਿਆਂ ਦੇ ਵਿੱਚ ਲੋਕਾਂ ਦੀ ਆਪਣੀ ਬੁਨਿਆਦੀ ਜ਼ਿੰਮੇਵਾਰੀ ਔਰ ਡਿਊਟੀ ਨੂੰ ਨਾ ਸਮਝਣ ਕਰਕੇ ਹੀ ਇਦਾਂ ਦੇ ਗੈਰ ਸਮਾਜੀ ਅੰਸਰਾਂ ਨੂੰ बढ़ावा मिलता आ, जिदे करके इदां दीयां प्रॉपर्टी डीफेसमेंट सानू देखण नूं मिलदियां। और इंपॉर्टेंट गल यह भी हैगी आ कि जे इदां दे गैर समाजी अंसरां उत्ते नत्थ नहीं पाई जांदी, जे इदां दे लिखे एक्सप्लिसिट लैंग्वेजेस नूं हटाया नहीं जांदा,
ਤੇ ਇਹਨਾਂ ਸਰਕਾਰਾਂ ਦੇ ਵਿੱਚ, ਇਹਨਾਂ ਕਾਰਪੋਰੇਸ਼ਨਸ ਦੇ ਵਿੱਚ, ਇਹਨਾਂ ਡਿਵੈਲਪਮੈਂਟ ਏਜੰਸੀਜ਼ ਦੇ ਵਿੱਚ ਸੰਬੰਧਿਤ ਅਫਸਰਾਂ ਦਾ ਕੁਰਸੀ ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਬਣਦਾ। ਕੋਈ ਸਾਡੀ ਇਦਾਂ ਦੀ ਰਿਸਪੌਂਸਿਬਿਲਟੀ ਜੇ ਪੂਰੀ ਨਹੀਂ ਕਰਦੇ ਤੇ ਇਹ ਲੋਕ ਆਪਣੀ ਕੁਰਸੀਆਂ ਤੇ ਬੈਠੇ ਕਿਉਂ ਨੇ? ਸੋ ਇਸ ਕਰਕੇ ਕਾਰਪੋਰੇਸ਼ਨ ਦਾ ਅਦਾਰਾ, ਕਾਰਪੋਰੇਸ਼ਨ ਕਮਿਸ਼ਨਰਸ, ਬਹੁਤ ਸਾਰੇ ਜਿਹੜੇ ਹੋਰ ਅਹੁਦੇਦਾਰ ਹੋਣਗੇ, ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਸ਼ਰਮਿੰਦਗੀ ਦਾ ਬਾਇਸ ਬਣਨਾ ਚਾਹੀਦਾ ਕਿ ਤੁਸੀਂ ਆਪਣੇ ਇੱਕ ਐਡੇ ਵੱਡੇ ਲੀਡਰ ਜਿਹਦੀ ਯਾਦ ਦੇ ਵਿੱਚ ਇੱਕ ਮੈਮੋਰੀਅਲ ਪਾਰਕ ਬਣਾਇਆ ਗਿਆ ਹੋਵੇ, ਉਹਦੇ ਫਾਊਂਡੇਸ਼ਨ ਸਟੋਨ ਨੂੰ ਨਹੀਂ ਸਾਫ਼ ਸੁਥਰਾ ਰੱਖ ਸਕਦੇ, ਉਹਦੇ ਉੱਤੇ ਗਲਤ ਸ਼ਬਦਾਵਲੀ ਨੂੰ ਨਹੀਂ ਹਟਾ ਸਕਦੇ। ਸੋ ਇਸ ਕਰਕੇ ਇਹਨਾਂ ਮਾੜੀਆਂ ਨਾਕਸਕਾਰ ਕਰਦੀਆਂ ਕਰਕੇ ਹੀ ਅੱਜ ਅੰਮ੍ਰਿਤਸਰ ਸ਼ਹਿਰ ਦੇ ਇਹ ਸਾਰੇ ਹਾਲਾਤ ਬਣੇ ਆ, ਚਾਹੇ ਉਹ ਲਾਅ ਐਂਡ ਆਰਡਰ ਲੈਵਲ ਦੇ ਹੋਣ, ਚਾਹੇ ਸਾਫ਼ ਸਫਾਈ ਦੇ ਮਾਮਲਿਆਂ ਦੇ ਵਿੱਚ ਹੋਣ। ਔਰ ਤੁਸੀਂ ਦੇਖੋ ਬਹੁਤ ਸਾਰੇ ਛੁਟਭਈਆ ਲੀਡਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਲੜਨੀਆਂ ਚਾਹੁੰਦੇ ਆ, ਉਹਨਾਂ ਨੂੰ ਵੀ ਇਸ ਗੱਲ ਦਾ ਖਿਆਲ ਨਹੀਂ ਹੈਗਾ। ਔਰ ਹੁਣ ਮੈਂ ਚਾਹੁੰਦਾ ਕਿ ਮੈਂ ਆਪ ਹੀ ਇਸ ਨੂੰ ਸਾਫ਼ ਕਰ ਦੇਵਾਂ ਔਰ ਇਹਦੇ ਨਾਲ ਡਿਵੈਲਪਮੈਂਟ ਏਜੰਸੀਆਂ ਨੂੰ ਇਹ ਸੁਨੇਹਾ ਦੇਵਾਂ ਕਿ ਇਹ ਜਿਹੜੀ ਬੁਨਿਆਦੀ ਡਿਊਟੀ ਤੁਹਾਡੀ ਬਣਦੀ ਸੀ, ਜਿਹੜੀ ਮਾੜੀ ਨਾਕਸ ਕਾਰਕਰਦਗੀ ਤੁਸੀਂ ਦਿਖਾ ਦਿੱਤੀ ਹੈ ਆਪਣੇ ਇਸ ਕਾਰਜਕਾਰੀ ਦੇ ਰਾਹੀਂ, ਉਹਨੂੰ ਹਟਾਉਣਾ ਫਿਰ ਆਮ ਨਾਗਰਿਕ ਨੂੰ ਹੀ ਸਾਹਮਣੇ ਆਉਣਾ ਪਊਗਾ। ਔਰ ਮੈਂ ਇਹ ਵੈਸੇ ਜ਼ਰੂਰ ਨਿਵਾਸੀਆਂ ਨੂੰ ਵੀ ਦੇਣੀ ਚਾਹੁੰਦਾ, ਹੋਰ ਵੀ ਲੋਕਾਂ ਨੂੰ ਕਹਿਣਾ ਚਾਹੁੰਦਾ, ਸਟੇਟ ਦੇ ਵਿੱਚ ਜਿੱਥੇ ਵੀ ਕਿਤੇ ਇਦਾਂ ਦੀ ਪਬਲਿਕ ਪ੍ਰਾਪਰਟੀ ਡੀਫੇਸ ਕੀਤੀ ਗਈ ਆ, ਭੱਦੀ ਸ਼ਬਦਾਵਲੀ ਲਿਖੀ ਗਈ ਆ, ਗੰਦੇ ਸ਼ਬਦ ਲਿਖੇ ਗਏ ਨੇ, ਜਿਹੜੀਆਂ ਧੀਆਂ ਭੈਣਾਂ ਮਾਵਾਂ ਬੱਚੇ ਇਸ ਰਸਤੇ ਤੋਂ ਨਿਕਲਦੇ ਹੋਏ ਪੜਦੇ ਨੇ, ਉਹਨਾਂ ਦਾ ਧਿਆਨ ਪੈਂਦਾ ਤੇ ਉਹਨੂੰ ਜਲਦ ਤੋਂ ਜਲਦ ਹਟਾ ਦੇਣਾ ਚਾਹੀਦਾ। ਇਹਨਾਂ ਸਰਕਾਰੀ ਅਮਲਿਆਂ ਦੇ ਉੱਤੇ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਹ ਲੋਕ ਬੜੀ ਨਲਾਇਕੀ ਦਾ ਮੁਜ਼ਾਹਰਾ ਕਰ ਰਹੇ ਨੇ। ਇਹਨਾਂ ਨੂੰ ਕਿਸੇ ਗੱਲ ਦੀ ਕੋਈ ਸ਼ਰਮਿੰਦਗੀ ਨਹੀਂ, ਇਹਨਾਂ ਨੂੰ ਕਿਸੇ ਗੱਲ ਦੀ ਕੋਈ ਢੀਠਪੁਣਾ ਜਿਹੜਾ ਇਹ ਲੈ ਕੇ ਬੈਠ ਗਏ ਨੇ ਉਹ ਵੱਡੇ ਵੱਡੇ ਅਹੁਦਿਆਂ ਉੱਤੇ। ਇਹਨਾਂ ਦੀ ਬੁਨਿਆਦੀ ਜ਼ਿੰਮੇਵਾਰੀ, ਅਕਾਊਂਟੇਬਿਲਿਟੀ, ਰਿਸਪੌਂਸਿਬਿਲਿਟੀ ਆਮ ਲੋਕਾਂ ਪ੍ਰਤੀ ਅੱਜ ਦੇ ਸਮੇਂ ਦੇ ਵਿੱਚ ਨਹੀਂ ਬਣ ਰਹੀ। ਸਮਾਜ ਦੇ ਵਿੱਚ ਗੰਦਗੀ ਦਾ ਫੈਲਾਅ ਜ਼ਿਆਦਾ ਹੋ ਰਿਹਾ, ਚਾਹੇ ਉਹ ਦਿਮਾਗੀ ਗੰਦਗੀ ਹੋਵੇ, ਚਾਹੇ ਉਹ ਕੂੜਾ ਕਰਕਟ ਹੋਵੇ, ਚਾਹੇ ਉਹ ਸਮਾਜੀ ਗੰਦਗੀ ਹੋਵੇ। ਸੋ ਇਸ ਕਰਕੇ ਮੇਰੀ ਆਪ ਸਭ ਨੂੰ ਅਪੀਲ ਹੈਗੀ ਆ ਕਿ ਜਿੱਥੇ ਵੀ ਕੋਈ ਦੀਵਾਰਾਂ ਦੇ ਉੱਤੇ, ਗੁਰੂ ਨਗਰੀ ਦੇ ਉੱਤੇ ਕਿਤੇ ਵੀ ਭੱਦੀ ਸ਼ਬਦਾਵਲੀ ਲਿਖੀ ਗਈ ਹੈ, ਮਾੜੇ ਵਰਡਸ ਲਿਖੇ ਗਏ ਨੇ, ਉਹਨੂੰ ਤੁਰੰਤ ਸਾਫ਼ ਕਰ ਦੇਣਾ ਚਾਹੀਦਾ। ਔਰ ਆਪਣੇ ਸਤਿਕਾਰਯੋਗ ਪੁਰਾਣੀਆਂ ਯਾਦਾਂ ਜਿਹੜੀਆਂ ਧਰੋਹਰਾਂ ਬਣੀਆਂ, ਉਹਨਾਂ ਨੂੰ ਕੋਈ ਡੀਫੇਸ ਨਾ ਕਰੇ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਇਦਾਂ ਦੇ ਗੈਰ ਸਮਾਜੀ ਅਨਸਰਾਂ ਨੂੰ ਪੁਲਿਸ ਨੂੰ ਇਨਫੋਰਮ ਕਰਨਾ ਚਾਹੀਦਾ, ਸ਼ਾਸਨ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੀਦਾ। ਔਰ ਜੇ ਇਹ ਆਪਣੀ ਡਿਊਟੀ ਨਹੀਂ ਕਰਦੇ ਤੇ ਸਾਨੂੰ ਆਪ ਹੱਲਾ ਮਾਰ ਕੇ ਇਹ ਸਾਰੇ ਕੰਮ ਆਪ ਕਰਨੇ ਚਾਹੀਦੇ ਆ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।